ਦ੍ਰਿਸ਼ ਦੂਜਾ ਇਕਾਂਗੀ ਪਰਤ ਆਉਣ ਤੱਕ ਪੇਜ ਨੰਬਰ 54। ਫਸਟ ਦ੍ਰਿਸ਼ ਕੀਤਾ ਸੀਗਾ ਉਸ ਦਿਨ ਖਤਮ। ਅੱਜ ਆਪਾਂ ਦੂਸਰਾ ਸ਼ੁਰੂ ਕਰਨਾ ਇਕਾਂਗੀ ਦਾ ਮੇਨ ਪਾਰਟ। ਦ੍ਰਿਸ਼ ਦੂਜਾ ਫੇਡ ਇਨ। ਪਰਦਾ ਹੌਲੀ ਹੌਲੀ ਉੱਠਦਾ ਹੈ। ਇੱਕ ਨਾ ਇਕਾਂਗੀ ਲਈ ਚੀਜ਼ ਤੁਸੀਂ ਧਿਆਨ ਵਿੱਚ ਰੱਖਣੀ ਹੈ ਕਿ ਜਿਹੜੀ ਇਕਾਂਗੀ ਹੈ ਨਾ ਉਦੋਂ ਹੀ ਸਫਲ ਹੁੰਦੀ ਹੈ ਜਦੋਂ ਉਹ ਸਟੇਜ ਦੇ ਉੱਪਰ ਖੇਡੀ ਜਾਵੇ। ਇਸ ਕਰਕੇ ਜਦੋਂ ਵੀ ਕੋਈ ਨਵਾਂ ਦ੍ਰਿਸ਼ ਸ਼ੁਰੂ ਹੋਣਾ ਹੈ ਨਾ ਤਾਂ ਉਹਦੇ ਵਿੱਚ ਇਹ ਚੀਜ਼ ਆਣੀ ਹੈ ਕਿ ਪਰਦਾ ਹੌਲੀ ਹੌਲੀ ਉੱਠਦਾ ਹੈ, ਮਤਲਬ ਸਟੇਜ ਦੇ ਉੱਪਰ ਪਰਦਾ ਉੱਠਦਾ ਹੈ। ਤਾਂ ਫਿਰ ਕੀ ਤੁਹਾਡੇ ਸਾਹਮਣੇ ਦ੍ਰਿਸ਼ ਆਉਂਦਾ ਹੈ? ਮੰਚ 'ਤੇ ਸੱਜੇ ਅਤੇ ਖੱਬੇ ਦੋ ਘਰ ਬਣੇ ਦਿਸਦੇ ਹਨ। ਦੋਹਾਂ ਘਰਾਂ ਦੇ ਦੋਹੇ ਪਾਸੇ ਉਲਟੇ ਬਣੇ ਹੋਏ ਹਨ। ਕਹਿਣ ਤੋਂ ਕੀ ਭਾਵ ਆ ਕਿ ਜਦੋਂ ਸਟੇਜ ਦੇ ਉੱਪਰੋਂ ਪਰਦਾ ਉੱਠਦਾ ਆ ਤਾਂ ਜਿਹੜਾ ਹੈ ਸਾਹਮਣੇ ਸੱਜੇ ਅਤੇ ਖੱਬੇ ਪਾਸੇ ਦੋ ਘਰ ਦਿਖਦੇ ਆ। ਕਹਿਣ ਤੋਂ ਭਾਵ ਕੀ ਹੈ ਕਿ ਘਰ ਪਹਿਲਾਂ ਇੱਕ ਹੀ ਸੀ, ਸਾਂਝਾ ਘਰ ਸੀ, ਪਰ ਹੁਣ ਇਹ ਘਰ ਜਿਹੜਾ ਆ ਦੋ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਆ। ਇੱਕ ਹਿੱਸਾ ਜਿਹੜਾ ਹੈ ਸੱਜੇ ਪਾਸੇ ਅਤੇ ਦੂਸਰਾ ਖੱਬੇ ਪਾਸੇ, ਦੋ ਘਰ ਬਣ ਗਏ ਆ। ਦੋਹਾਂ ਘਰਾਂ ਦੇ ਜਿਹੜੇ ਦਰਵਾਜ਼ੇ ਆ ਨਾ ਉਹ ਉਲਟ ਦਿਸ਼ਾ ਦੇ ਵਿੱਚ ਬਣ ਗਏ ਆ ਬਟਵਾਰਾ ਹੋਣ ਕਰਕੇ। ਬੂਹਿਆਂ ਦੇ ਅੱਗੇ ਮੰਜਾ ਪੀੜੀ ਆਦਿ ਪਏ ਹਨ। ਮੋਰੇ ਖੁੱਲ੍ਹਾ ਵਿਹੜਾ ਹੈ। ਦੋਹਾਂ ਘਰਾਂ ਦੇ ਵਿਚਕਾਰ ਮੰਚ ਦੇ ਪਿੱਛੇ ਜਿਹੇ ਕਰਕੇ ਗੱਡੇ ਦਾ ਇੱਕ ਟੁੱਟਿਆ ਜਿਹਾ ਪਹੀਆ ਪਿਆ ਹੈ। ਪਹੀਏ ਦੇ ਪਿੱਛੇ ਇੱਕ ਨਿੱਕਾ ਜਿਹਾ ਢਾਰਾ ਹੈ। ਢਾਰਾ ਹੁੰਦਾ ਕਮਰਾ, ਛੋਟਾ ਜਿਹਾ ਟੁੱਟਾ ਜਿਹਾ ਕਮਰਾ ਜਿਸ ਵਿੱਚ ਬਜ਼ੁਰਗ ਰਹਿੰਦਾ ਹੈ। ਹੁਣ ਇੱਥੇ ਜਿਹੜਾ ਆ ਇਕਾਂਗੀ ਦੇ ਪਹਿਲੇ ਦ੍ਰਿਸ਼ ਦੇ ਵਿੱਚ ਤੁਸੀਂ ਕੀ ਲਿਖਣਾ ਆ ਕਿ ਜਦੋਂ ਪਰਦਾ ਉੱਠਦਾ ਆ ਤਾਂ ਉਹਦੇ ਵਿੱਚ ਤੁਹਾਨੂੰ ਦੋ ਘਰ ਦਿਖਾਈ ਦਿੰਦੇ ਆ। ਅਸਲ ਮਾਇਨੇ ਦੇ ਵਿੱਚ ਇਹ ਘਰ ਬਜ਼ੁਰਗ ਦਾ ਸੀ ਜਿਹੜਾ ਕਿ ਦੋ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਸੀ। ਇੱਕ ਹਿੱਸਾ ਉਹਦੇ ਵੱਡੇ ਪੁੱਤਰ ਸੱਜਣ ਕੋਲ ਸੀ ਅਤੇ ਦੂਸਰਾ ਹਿੱਸਾ ਉਹਦੇ ਛੋਟੇ ਪੁੱਤਰ ਸੁੰਦਰ ਕੋਲ ਸੀ। ਪਰ ਜਿਹੜਾ ਬਜ਼ੁਰਗ ਸੀ ਉਹ ਨਾ ਸੱਜਣ ਕੋਲ ਰਹਿੰਦਾ ਸੀ ਅਤੇ ਨਾ ਹੀ ਸੁੰਦਰ ਕੋਲ ਰਹਿੰਦਾ ਸੀ। ਉਹ ਅਲੱਗ ਜਿਹੜਾ ਆ ਉਹ ਆਪਣੇ ਢਾਰੇ ਦੇ ਵਿੱਚ ਰਹਿੰਦਾ ਸੀ। ਦੋਨਾਂ ਘਰਾਂ ਦੇ ਵਿਚਕਾਰ ਜਿਹੜੀ ਆ ਜਗ੍ਹਾ ਸੀ ਜਿਹਦੇ ਵਿੱਚ ਬਜ਼ੁਰਗ ਦਾ ਢਾਰਾ ਸੀ, ਉਹਦੇ ਵਿੱਚ ਜਿਹੜਾ ਹੈ ਅਲੱਗ ਰਹਿੰਦਾ ਸੀ। ਨਕਸ਼ੇ ਤੋਂ ਲੱਗਦਾ ਹੈ ਜਿਵੇਂ ਇਹ ਘਰ ਦੇ ਦੋ ਟੁਕੜੇ ਹੋਏ ਹਨ, ਕਿ ਜਿਸ ਤਰ੍ਹਾਂ ਦੇਖ ਕੇ ਇਹ ਪਤਾ ਲੱਗ ਜਾਂਦਾ ਸੀ ਕਿ ਇਹ ਇੱਕੋ ਹੀ ਘਰ ਸੀ, ਪਰ ਹੁਣ ਇਹ ਘਰ ਜਿਹੜਾ ਆ ਦੋ ਹਿੱਸਿਆਂ ਦੇ ਵਿੱਚ ਵੰਡਿਆ ਜਾ ਚੁੱਕਾ ਸੀ। ਇਹ ਵਿਚਕਾਰਲਾ ਢਾਰਾ ਅਤੇ ਢਾਰੇ ਦੇ ਮੋਹਰੇ ਪਿਆ ਗੱਡੇ ਦਾ ਪਹੀਆ ਦੋਹਾਂ ਘਰਾਂ ਦੀ ਵੰਡ ਨੂੰ ਦਰਸਾਉਂਦੇ ਹੋਏ ਵਿਚਕਾਰ ਜਿਵੇਂ ਸਾਂਝੀ ਨਿਸ਼ਾਨੀ ਵਜੋਂ ਪਏ ਨੇ। ਹੁਣ ਇਹਦੇ ਵਿੱਚ ਜਿਹੜਾ ਆ ਲੇਖਕ ਕੀ ਕਹਿਣ ਦੀ ਕੋਸ਼ਿਸ਼ ਕਰਦਾ ਆ ਕਿ ਦੋਨੋਂ ਘਰ ਜਿਹੜੇ ਆ ਅਲੱਗ-ਅਲੱਗ ਹੋ ਚੁੱਕੇ ਆ, ਪਰ ਦੋਨਾਂ ਘਰਾਂ ਦੇ ਵਿਚਕਾਰ ਜਿਹੜਾ ਢਾਰਾ ਆ, ਮਤਲਬ ਬਾਬੇ ਦਾ ਜਿਹੜਾ ਕਮਰਾ ਆ ਔਰ ਉਹਦੇ ਮੋਹਰੇ ਜਿਹੜਾ ਗੱਡਾ ਪਿਆ ਆ। ਅੱਗੇ ਜਿਹੜਾ ਹੈ ਨਾ ਗੱਡੇ ਤੇ ਕਹਿ ਲਓ ਕਿ ਖੇਤਾਂ ਦੇ ਵਿੱਚ ਸਿੰਚਾਈ ਕਰਨ ਦਾ ਕੰਮ ਗੱਡਿਆਂ ਦੇ ਉੱਪਰ ਹੀ ਕੀਤਾ ਜਾਂਦਾ ਸੀ। ਲੋਕੀ ਜਾਂਦੇ ਵੀ ਇੱਕ ਤੋਂ ਦੂਜੀ ਜਗ੍ਹਾ 'ਤੇ ਗੱਡਿਆਂ 'ਤੇ ਹੀ ਸੀ, ਸੋ ਕਿਉਂਕਿ ਗੱਡੀਆਂ ਨਹੀਂ ਸੀ। ਸੋ ਜਿਹੜਾ ਗੱਡੇ ਦਾ ਪਹੀਆ ਪਿਆ ਆ ਨਾ ਉਹ ਇਸ ਚੀਜ਼ ਨੂੰ ਦਰਸਾਉਂਦਾ ਆ ਕਿ ਜਿਹੜਾ ਬਾਬਾ ਆ ਨਾ ਉਹ ਦੋਨਾਂ ਘਰਾਂ ਦੇ ਵਿੱਚ ਸਾਂਝੀ ਕੰਧ ਬਣ ਕੇ ਬੈਠਾ ਆ। ਕਹਿਣ ਤੋਂ ਕੀ ਭਾਵ ਹੈ ਕਿ ਬਾਬਾ ਜਿਹੜਾ ਆ ਦੋਨਾਂ ਘਰਾਂ ਨੂੰ ਇੱਕ ਕਰਨਾ ਚਾਹੁੰਦਾ ਆ, ਸਾਂਝਾ ਕਰਨਾ ਚਾਹੁੰਦਾ ਆ। ਇਸ ਕਰਕੇ ਉਹ ਦੋਨਾਂ ਘਰਾਂ ਦੇ ਵਿਚਕਾਰ ਆਪਣੇ ਕਮਰੇ ਦੇ ਵਿੱਚ ਇੱਕ ਸਾਂਝੀ ਨਿਸ਼ਾਨੀ ਵਜੋਂ ਰਹਿ ਰਿਹਾ ਆ। ਮੰਚ 'ਤੇ ਹੌਲੀ ਹੌਲੀ ਰੋਸ਼ਨੀ ਹੁੰਦੀ ਹੈ। ਗੱਡੇ ਦੇ ਪਹੀਏ 'ਤੇ ਇੱਕ ਬਜ਼ੁਰਗ ਬੈਠਾ ਸਣ ਹੁੰਦਾ ਹੈ। ਰੱਸੀ ਵੱਟਦਾ ਹੈ, ਮਤਲਬ ਰੱਸੀ ਬਣਾ ਰਿਹਾ ਆ। ਪਿਛੋਕੜ ਤੋਂ ਗੀਤ ਦੀ ਧੁਨੀ ਉੱਭਰਦੀ ਹੈ। ਧੁਨੀ ਮਤਲਬ ਆਵਾਜ਼ ਆ ਰਹੀ ਹੈ ਪਿੱਛੇ, ਸਾਡਾ ਵਸਦਾ ਰਹੇ ਘਰ-ਬਾਰ, ਸਾਡਾ ਵਸਦਾ ਰਹੇ ਘਰ-ਬਾਰ। ਹੁਣ ਇਹ ਜਿਹੜੀ ਆ ਬਜ਼ੁਰਗ ਦੀ ਆਵਾਜ਼ ਆ ਜਿਹਦੇ ਵਿੱਚ ਕਹਿ ਲਓ ਕਿ ਉਹਦੀ ਦਿਲੀ ਇੱਛਾ ਆ ਕਿ ਉਹਦਾ ਜਿਹੜਾ ਘਰ ਆ ਉਹ ਵਸਦਾ ਰਵੇ ਔਰ ਹਮੇਸ਼ਾ ਇਸੇ ਤਰ੍ਹਾਂ ਉਹਦਾ ਜਿਹੜਾ ਘਰ ਆ ਉਹ ਆਬਾਦ ਰਵੇ। ਸਾਡਾ ਬਣਿਆ ਰਹੇ ਪਿਆਰ, ਸਾਡਾ ਬਣਿਆ ਰਹੇ ਪਿਆਰ। ਸੋ ਇਹਦੇ ਵਿੱਚ ਕਿਸ ਚੀਜ਼ ਦੀ ਜਿਹੜੀ ਆ ਇੱਛਾ ਪ੍ਰਗਟ ਕੀਤੀ ਗਈ ਹੈ ਕਿ ਉਹਦੇ ਜਿਹੜਾ ਪਰਿਵਾਰ ਆ ਉਹਦੇ ਵਿੱਚ ਇਸੇ ਤਰ੍ਹਾਂ ਪਿਆਰ ਬਣਿਆ ਰਵੇ ਔਰ ਕਿਸੇ ਨਜ਼ਰ ਕੋਈ ਲੱਗੇ ਨਾ, ਉਹਦੇ ਪਰਿਵਾਰ ਨੂੰ ਕਿਸੇ ਦੀ ਵੀ ਨਜ਼ਰ ਨਾ ਲੱਗੇ। ਹੁਣ ਜੇ ਆਪਾਂ ਆਹ ਗੀਤ ਦੇਖੀਏ ਤਾਂ ਸਾਫ਼ ਪਤਾ ਲੱਗਦਾ ਆ ਕਿ ਜਿਹੜਾ ਬਜ਼ੁਰਗ ਆ ਉਹ ਕੀ ਚਾਹੁੰਦਾ ਸੀ। ਉਹ ਇਹ ਚਾਹੁੰਦਾ ਸੀ ਕਿ ਜਿਹੜਾ ਉਹਦਾ ਘਰ ਆ ਉਹ ਹਮੇਸ਼ਾ ਇਸੇ ਤਰ੍ਹਾਂ ਵਸਦਾ ਰਵੇ, ਆਬਾਦ ਰਵੇ, ਉਹਦੇ ਪਰਿਵਾਰ ਵਿੱਚ ਸਾਰੇ ਜੀਆਂ ਦੇ ਵਿੱਚ ਇਸੇ ਤਰ੍ਹਾਂ ਪਿਆਰ ਬਣਿਆ ਰਵੇ ਔਰ ਕਿਸੇ ਦੀ ਵੀ ਮਾੜੀ ਨਜ਼ਰ ਉਹਦੇ ਪਰਿਵਾਰ ਨੂੰ ਨਾ ਲੱਗੇ। ਗੀਤ ਦੇ ਚੱਲਦਿਆਂ ਸੱਜੇ ਪਾਸੋਂ ਕਰਤਾਰੀ ਹੈ ਸੱਜਣ ਦੀ, ਮਤਲਬ ਵੱਡੇ ਪੁੱਤਰ ਦੀ ਵਹੁਟੀ ਗੁੱਸੇ 'ਚ ਨਿਕਲਦੀ ਹੈ ਅਤੇ ਆਉਂਦਿਆਂ ਹੀ ਬਜ਼ੁਰਗ ਵਾਲੇ ਪਾਸੇ ਕੁੰਡ ਦਾ ਪੱਲਾ ਕਰਕੇ ਲੈ ਦੇਖ ਲੈ ਬਾਪੂ ਜੀ, ਹੁਣ ਮੇਰਾ ਕਸੂਰ ਨਾ ਕੱਢੀ।
ਕੱਲ ਮੇਰੀ ਕਣਕ ਸੁੱਕਣੇ ਪਈ ਵੀ ਸੀ, ਇਹਨੇ ਇਹੀ ਨਜ਼ਰ ਲਾਈ ਬਈ ਧੌਣ ਪੱਕੀ ਕਣਕ ਚੋਂ ਮਸਾਂ 10 ਸੇਰ ਆਟਾ ਨਿਕਲਿਆ। ਸੋ ਸਭ ਤੋਂ ਪਹਿਲਾਂ ਜਿਹੜੀ ਕਰਤਾਰੀ ਹੈ ਉਹ ਆਪਣੀ ਜਿਹੜੀ ਕਹਿ ਲਓ ਸੁੰਦਰ ਦੀ ਪਤਨੀ ਸੰਤੀ ਹੈ ਨਾ, ਉਹਦੇ ਉੱਪਰ ਦੋਸ਼ ਲਾਉਂਦੀ ਹੈ ਕਿ ਉਹਨੇ ਜਿਹੜੀ ਆ ਸੰਬੋਧਨ ਉਹ ਇਹਦੇ ਵਿੱਚ ਬਜ਼ੁਰਗ ਨੂੰ ਕਰ ਰਹੀ ਆ, ਬਾਪੂ ਨੂੰ ਕਰ ਰਹੀ ਆ। ਕੀ ਕਹਿੰਦੀ ਆ ਕਿ ਹਮੇਸ਼ਾ ਜਿਹੜਾ ਆ ਉਹਦੇ ਕਸੂਰ ਕੱਢਿਆ ਜਾਂਦਾ ਆ, ਪਰ ਇਹਦੇ ਵਿੱਚ ਜਿਹੜਾ ਆ ਉਹ ਸੰਤੀ ਦਾ ਕਸੂਰ ਕੱਢਦੀ ਆ ਕਿ ਉਹਨੇ ਜਿਹੜੀ ਆ ਕੱਲ ਕਿੰਨੀ ਕਣਕ ਜਿਹੜੀ ਆ ਧੌਣ ਪਰ ਮਤਲਬ ਗਰਦਨ ਤੱਕ ਜਿਹੜੀ ਆ ਉਹਨੇ ਕਣਕ ਸੁੱਕਣੇ ਪਾਈ ਸੀ, ਪਰ ਸੰਤੀ ਨੇ ਅਜਿਹੀ ਨਜ਼ਰ ਲਾਈ ਆ ਕਿ ਉਹਦੇ ਵਿੱਚੋਂ ਜਿਹੜਾ ਸਿਰਫ 10 ਸੇਰ ਆਟਾ ਹੀ ਨਿਕਲਿਆ ਆ। ਦੂਜੇ ਪਾਸੋਂ ਸੰਤੀ ਆਉਂਦੀ ਹੈ, ਲੱਗਦਾ ਬੂਹੇ 'ਚ ਖੜੀ ਗੱਲ ਸੁਣ ਰਹੀ ਸੀ। ਬਜ਼ੁਰਗ ਵਾਲੇ ਪਾਸਿਓਂ ਕੁੰਡ ਕੱਢ ਕੇ ਸੰਤੀ ਹੇਠਾਂ ਗੱਲਾਂ ਆਉਂਦੀਆਂ ਇਹਨੂੰ ਵੱਡੀ ਸਰਦਾਰਨੀ ਨੂੰ। ਹੁਣ ਇਹਦੇ ਵਿੱਚ ਜਿਹੜੀ ਸੰਤੀ ਹੈ ਉਹ ਕਰਤਾਰੀ ਨੂੰ ਬੋਲ ਰਹੀ ਹੈ ਕਿ ਇਹ ਜਿਹੜੀ ਵੱਡੀ ਸਰਦਾਰਨੀ ਮਤਲਬ ਜਿਹੜੀ ਉਹਦੀ ਵੱਡੀ ਜਠਾਣੀ ਆ ਉਹਨੂੰ ਬਹੁਤ ਗੱਲਾਂ ਆਉਂਦੀਆਂ ਨੇ। ਆਖੇ ਨਜ਼ਰ ਲਾਈ ਨਹੀਂ ਕੱਲ ਤੂੰ ਕਿ ਕੌੜ ਮੈਂ ਹੁੰਦੀ ਹੈ ਜਿਹੜੀ ਮੈਂ ਮੱਝ ਨੂੰ ਕਹਿੰਦੇ ਆ ਵਾਂਗ ਦੇਖਦੀ ਸੀ ਕਿ ਜਿਹੜੀ ਹੈ ਮਾੜੀ ਨਜ਼ਰ ਦੇ ਨਾਲ, ਜਿਸ ਤਰ੍ਹਾਂ ਮੱਝ ਕਹਿੰਦੇ ਆ ਨਾ ਕਿ ਕਾਲੀ ਜੀ ਬੂਥੀ ਵਾਲੀ ਕਿਸ ਤਰ੍ਹਾਂ ਵੇਖਦੀ, ਮਾੜੀ ਨਜ਼ਰ ਨਾਲ ਵੇਖਦੀ ਆ, ਉਸੇ ਤਰ੍ਹਾਂ ਸੰਤੀ ਕਹਿੰਦੀ ਹੈ ਕਿ ਕਰਤਾਰੀ ਵੀ ਕੱਲ ਜਿਹੜੀ ਸੀ ਮਾੜੀ ਨਜ਼ਰ ਨਾਲ ਵੇਖਦੀ ਸੀ। ਜਦ ਮੈਂ ਬਾੜੇ 'ਚੋਂ ਜਿੱਥੇ ਪਸ਼ੂ ਰੱਖੇ ਜਾਂਦੇ ਆ ਧਾਰ ਲੈ ਕੇ ਆਈ। ਧਾਰ ਮਤਲਬ ਜਦੋਂ ਉਹ ਪਸ਼ੂਆਂ ਦਾ ਦੁੱਧ ਚੋ ਕੇ ਲਿਆਈ। ਮੈਂ ਕਿਹਾ ਬਾਪੂ ਜੀ ਪਰੀ ਬਾਲਟੀ ਦੁੱਧ ਪੀ ਗਈ ਬਿੱਲੀ ਮੂੰਹ ਲਗਾ ਕੇ, ਕਿ ਉਹ ਜਿਹੜੀ ਸੀ ਦੁੱਧ ਚੋ ਕੇ ਲਿਆਈ ਸੀ, ਪਰ ਕਰਤਾਰੀ ਨੇ ਉਹਨੂੰ ਅਜਿਹੀ ਨਜ਼ਰ ਲਾਈ ਕਿ ਪਰੀ ਪਈ ਬਾਲਟੀ ਨੂੰ ਜਿਹੜਾ ਹੈ ਬਿੱਲੀ ਨੇ ਮੂੰਹ ਲਾਤਾ, ਜਿਸ ਕਰਕੇ ਦੁੱਧ ਕਿਸੇ ਕੰਮ ਨਹੀਂ ਆਇਆ। ਇਹ ਤਾਂ ਤੀਰ ਛੱਡਿਆ ਇਹਨੇ ਵੱਡੀ ਰਕਾਨ ਨੇ। ਰਕਾਨ ਕਹਿੰਦੇ ਆ ਔਰਤ ਨੂੰ, ਕਿ ਇਹਨੇ ਇਹੋ ਜਿਹਾ ਜਿਹੜਾ ਸੀ ਮਾੜੀ ਨਜ਼ਰ ਪਾਈ ਕਿ ਸਾਰਾ ਦੁੱਧ ਜਿਹੜਾ ਸੀ ਉਹ ਬਿੱਲੀ ਪੀ ਗਈ ਤੇ ਉਹਦੇ ਕਿਸੇ ਕੰਮ ਵੀ ਨਹੀਂ ਆਇਆ। ਤਮ ਤੋਂ ਕਿਸੇ ਕੀ ਤਰਫ ਦੇਖਤੇ ਨਹੀਂ ਹੋ, ਚਲਿੱਤਰੋ ਹੁੰਦਾ ਆ ਜਿਹੜਾ ਹੀ ਔਰਤ ਜਿਹੜੀ ਆ ਅਲੱਗ-ਅਲੱਗ ਤਰ੍ਹਾਂ ਦੇ ਆਪਣੇ ਰੰਗ ਦਿਖਾਵੇ, ਅਲੱਗ-ਅਲੱਗ। ਕਰਤਾਰੀ ਮੂੰਹ ਸੰਭਾਲ ਕੇ ਗੱਲ ਕਰਨੀ। ਆ ਬਾਪੂ ਜੀ ਦੀ ਸ਼ਰਮ ਖਾਈ ਜਾਂਦੀ ਆ, ਨਹੀਂ ਗੁੱਤਨੀ ਕੁੱਟ ਕੇ ਹੱਥ ਫੜਾ ਦੂੰ। ਇੱਥੇ ਜਿਹੜੀ ਆ ਦੋਨਾਂ ਸੰਤੀ ਤੇ ਕਰਤਾਰੀ ਦਾ ਆਪਸੀ ਝਗੜਾ ਆ, ਜਿੱਥੇ ਕਰਤਾਰੀ ਜਿਹੜੀ ਆ ਉਹ ਕਹਿੰਦੀ ਆ ਕਿ ਉਹਨੂੰ ਸਿਰਫ ਆਪਣੇ ਜਿਹੜੀ ਬਜ਼ੁਰਗ ਆ ਘਰ ਵਿੱਚ ਉਹਦੀ ਸ਼ਰਮ ਮਾਰਦੀ ਆ, ਨਹੀਂ ਤਾਂ ਉਹਨੇ ਉਹਦੀ ਗੁੱਤ ਪੱਟ ਕੇ ਹੱਥ ਵਿੱਚ ਫੜਾ ਦੇਣੀ ਸੀ। ਸੰਤੀ ਮੈਂ ਵੀ ਤੋੜ ਦੇ ਦੂੰ ਅੱਖਾਂ 'ਚ ਵੱਡੀ ਥਾਣੇਦਾਰਨੀ ਚੁਤਰਾਨੀ ਬਣੀ ਫਿਰਦੀ ਹੈ। ਆਖੇ ਕਿਆ ਪਿੱਦੀ ਕਹਿੰਦੇ ਛੋਟੀ ਜਿਹੀ ਚਿੜੀ ਨੂੰ, ਔਰ ਕਿਆ ਪਿੱਦੀ ਕਾ ਸੋਰਵਾ ਕਹਿੰਦੇ ਆ ਮੀਟ ਦੀ ਤਰੀ ਨੂੰ। ਉਹ ਕਹਿੰਦੀ ਆ ਸੰਤੀ ਕਹਿੰਦੀ ਆ ਕਰਤਾਰੀ ਨੂੰ ਕਿ ਉਹਦੀ ਔਕਾਤ ਜਿਹੜੀ ਆ ਉਹ ਨਿੱਕੀ ਜਿਹੀ ਚਿੜੀ ਵਰਗੀ ਹੈਗੀ ਆ, ਉਹ ਜਿਹੜੀ ਹੈ ਨਿੱਕੀ ਜਿਹੀ ਚਿੜੀ ਵਰਗੀ ਹੈ। ਔਰ ਕਿਆ ਪਿੱਦੀ ਕਾ ਸੋਰਵਾ ਕਿ ਉਹਦੀ ਹਾਲਤ ਜਿਹੜੀ ਆ ਇੱਦਾਂ ਦੀ ਹੋਣੀ ਆ ਕਿ ਉਹਦਾ ਜਿਹੜਾ ਆ ਬਣਾਇਆ ਹੋਇਆ ਮੀਟ ਵੀ ਕਿਸੇ ਕੰਮ ਨਹੀਂ ਆਉਣਾ। ਔਕਾਤ ਉਹਦੀ ਨਿੱਕੀ ਜਿਹੀ ਚਿੜੀ ਵਰਗੀ ਹੈ। ਕਰਤਾਰੀ ਨਹੀਂ ਮੈਂ ਦੱਸਾਂ ਤੈਨੂੰ। ਸੰਤੀ ਵੱਲ ਔਲਣ ਲੱਗਦੀ ਹੈ ਕਿ ਬਜ਼ੁਰਗ ਜਿਹੜਾ ਹੁਣ ਤੱਕ ਅਸਹਾਏ ਮੁਦਰਾ ਵਿੱਚ ਖੜਾ ਸੀ ਅਚਾਨਕ ਭੜਕ ਉੱਠਦਾ ਹੈ। ਸੋ ਅਖੀਰ ਜਿਹੜਾ ਹੈ ਬਜ਼ੁਰਗ ਸੰਤੀ ਤੇ ਕਰਤਾਰੀ ਦਾ ਝਗੜਾ ਸੁਣ ਕੇ ਕਹਿ ਲਓ ਕਿ ਜਿਹੜਾ ਇੰਨੀ ਦੇਰ ਤੱਕ ਚੁੱਪ ਖੜਾ ਸੀ ਆਖਰ ਉਹਨੂੰ ਗੁੱਸਾ ਆ ਜਾਂਦਾ ਆ। ਔਰ ਉਹ ਕੀ ਕਹਿੰਦਾ ਬਜ਼ੁਰਗ, ਉਹ ਸ਼ਰਮ ਨਹੀਂ ਆਉਂਦੀ ਤੁਹਾਨੂੰ ਆ ਧੌਲੀ ਦਾੜੀ ਦਾ ਲਿਹਾਜ਼ ਕਰੋ। ਧੌਲੀ ਦਾੜੀ ਹੁੰਦੀ ਚਿੱਟੀ ਦਾੜੀ ਦਾ। ਬਜ਼ੁਰਗ ਜਿਹੜਾ ਆ ਆਪਣੇ ਬੁਢਾਪੇ ਦਾ ਵਾਸਤਾ ਦਿੰਦਾ ਆ ਕਿ ਮੇਰੀ ਜਿਹੜੀ ਆ ਚਿੱਟੀ ਦਾੜੀ ਦਾ ਲਿਹਾਜ਼ ਕਰੋ, ਆਪਣੇ ਕੰਮ ਕਰੋ, ਕਿ ਤੁਸੀਂ ਆਪਣਾ ਕੰਮ ਕਰੋ, ਚੁੱਪ ਕਰੋ, ਕਮ ਸੇ ਕਮ ਉਹਦਾ ਲਿਹਾਜ਼ ਕਰੋ। ਦੋਵੇਂ ਇੱਕ ਦੂਜੇ ਵੱਲ ਕੌੜ ਹੁੰਦੀ ਆ ਮਾੜੀ ਨਜ਼ਰ ਨਾਲ ਵੇਖਣਾ। ਦੋਨੋਂ ਜਿਹੜੀਆਂ ਆ ਉਹ ਇੱਕ ਦੂਜੇ ਵੱਲ ਕੌੜ ਝਾਕਦੀਆਂ ਅੰਦਰ ਜਾਂਦੀਆਂ ਨੇ, ਮਤਲਬ ਗੁੱਸੇ ਨਾਲ ਵੇਖਦੀਆਂ ਨੇ। ਬਜ਼ੁਰਗ ਉਦਾਸ ਮੁਦਰਾ ਵਿੱਚ ਹੌਲੀ ਤੁਰਦਾ ਆਪਣੇ ਢਾਰੇ ਵੱਲ ਜਾਂਦਾ ਹੈ। ਸੋ ਬਜ਼ੁਰਗ ਜਿਹੜਾ ਆ ਉਹ ਬਿਲਕੁਲ ਅਸਹਾਏ ਆ, ਚੁੱਪ ਆ। ਇਸ ਸਮੇਂ ਜਿਹੜਾ ਆ ਉਹ ਬਿਲਕੁਲ ਉਦਾਸ ਆ, ਕਿਉਂਕਿ ਉਹ ਇੱਥੇ ਜਿਹੜਾ ਹੈ ਆਪਣੀਆਂ ਦੋਨੋਂ ਨੂੰਹਾਂ ਦੇ ਘਰੇਲੂ ਝਗੜੇ ਤੋਂ ਬਹੁਤ ਪਰੇਸ਼ਾਨ ਆ। ਤੇ ਪਿੱਛੋਂ ਗੀਤ ਦੇ ਬੋਲ ਉੱਭਰਦੇ ਨੇ, ਸਾਡਾ ਵੱਸਦਾ ਰਹੇ ਘਰ। ਫੇਡ ਆਊਟ, ਦ੍ਰਿਸ਼ ਤੀਜਾ ਫੇਡ ਇਨ। ਪ੍ਰਭਾਤ ਵੇਲਾ ਮਤਲਬ ਸਵੇਰ ਦਾ ਸਮਾਂ, ਚਿੜੀਆਂ ਦੀ ਚੂਕਣ ਦੀ ਆਵਾਜ਼, ਪਿਛੋਕੜ ਤੋਂ ਬਲਦਾਂ ਦੇ ਪਾਲੀਆਂ ਦੇ ਬੌਲਾਂ ਦੀ, ਬਲਦਾਂ ਦੀਆਂ ਟੱਲੀਆਂ, ਟਰੈਕਟਰਾਂ ਦੇ ਚੱਲਣ ਦੀਆਂ ਆਵਾਜ਼ਾਂ ਆਉਂਦੀਆਂ। ਮਤਲਬ ਕੀ ਹੈ ਕਿ ਸਵੇਰ ਦਾ ਸਮਾਂ ਆ ਔਰ ਪੰਛੀਆਂ ਦੇ ਚੀਕਣ ਦੀ ਆਵਾਜ਼ ਆ ਰਹੀ ਹੈ। ਔਰ ਸਵੇਰੇ ਜਿਹੜੇ ਕਿਸਾਨ ਹੈਗੇ ਆ ਉਹ ਆਪਣੇ ਬਲਦਾਂ ਦੇ ਜਿਹੜੇ ਪਾਲੀ ਮਤਲਬ ਉਹਨਾਂ ਨੂੰ ਪਾਲਦੇ ਆ ਨਾ, ਉਹ ਤੇ ਉਹਨਾਂ ਦੇ ਬਲਦਾਂ ਦੇ ਗਲਾਂ ਵਿੱਚ ਜਿਹੜੀਆਂ ਪਾਈਆਂ ਹੋਈਆਂ ਘੰਟੀਆਂ ਆ, ਤੇ ਨਾਲ ਹੀ ਜਿਹੜੇ ਟਰੈਕਟਰ ਆ ਉਹਨਾਂ ਦੇ ਚੱਲਣ ਦੀ ਆਵਾਜ਼ ਆਉਣ ਲੱਗ ਪਈ ਆ। ਮਤਲਬ ਕੀ ਹੈ ਕਿ ਕਿਸਾਨਾਂ ਨੇ ਜਿਹੜੀ ਹੈਗੀ ਆ ਉਹ ਆਪਣੇ ਖੇਤਾਂ ਵਿੱਚ ਜਾਣ ਦੀ ਤਿਆਰੀ ਕਰ ਲਈ ਆ। ਬਜ਼ੁਰਗ ਦੇ ਢਾਰੇ ਵਿੱਚੋਂ ਹੌਲੀ ਪਾਠ ਦੀ ਆਵਾਜ਼ ਆ ਰਹੀ ਹੈ। ਇੱਥੇ ਤੁਸੀਂ ਲਿਖਣਾ ਹੈ ਕਿ ਬਜ਼ੁਰਗ ਜਿਹੜਾ ਹੈ ਧਾਰਮਿਕ ਖਿਆਲਾਂ ਦਾ ਆ, ਉਹਦੇ ਢਾਰੇ ਵਿੱਚੋਂ ਹਮੇਸ਼ਾ ਪਾਠ ਦੀ ਆਵਾਜ਼ ਆਉਂਦੀ ਹੈ।
ਸੱਜਣ ਸੁੰਦਰ ਦੋਵੇਂ ਆਪਣੇ ਆਪਣੇ ਘਰ ਦੇ ਚੌਂਕੇ ਚੌਂਕੇ ਕਹਿੰਦੇ ਆ ਰਸੋਈ ਨੂੰ ਬੈਠੇ ਰੋਟੀ ਖਾ ਰਹੇ ਹਨ। ਮੰਚ ਦੇ ਦੋਵੇਂ ਪਾਸੇ ਇੱਕੋ ਵੇਲੇ ਇੱਕੋ ਜਿਹਾ ਕਾਰਜ ਚੱਲ ਰਿਹਾ ਹੈ, ਭਾਵ ਕਰਤਾਰੀ ਤੇ ਸੰਤੀ ਆਪਣੇ ਆਪਣੇ ਘਰ ਵਾਲਿਆਂ ਨੂੰ ਆਪਣੇ ਆਪਣੇ ਘਰ ਵਾਲਿਆਂ ਨੂੰ ਰੋਟੀ ਖਵਾ ਰਹੀਆਂ ਹਨ। ਦੋਵੇਂ ਪਾਸੇ ਵਾਰਤਾਲਾਪ ਇਕੱਠੀ ਚੱਲ ਰਹੀ ਹੈ। ਸੋ ਕਹਿਣ ਤੋਂ ਕੀ ਭਾਵ ਹੈ ਕਿ ਦੋਨੋਂ ਪਾਸੇ ਜਿਹੜਾ ਆ ਬਰਾਬਰ ਕੰਮ ਹੋ ਰਿਹਾ ਆ। ਸੱਜਣ ਤੇ ਸੁੰਦਰ ਜਿਹੜੇ ਆ ਖੇਤਾਂ ਵਿੱਚ ਜਾਣ ਦੇ ਲਈ ਤਿਆਰ ਆ। ਦੋਵੇਂ ਘਰਾਂ ਵਿੱਚ ਮਤਲਬ ਸੱਜਣ ਦੀ ਵਹੁਟੀ ਕਰਤਾਰੀ ਤੇ ਸੁੰਦਰ ਦੀ ਵਹੁਟੀ ਸੰਤੀ ਜਿਹੜੀਆਂ ਆ ਉਹ ਆਪਣੇ ਆਪਣੇ ਘਰ ਵਾਲਿਆਂ ਨੂੰ ਰੋਟੀ ਖਵਾ ਰਹੀਆਂ ਨੇ ਤੇ ਇਕੱਠੀ ਜਿਹੜੀ ਆ ਇੱਕੋ ਜਿਹੀ ਗੱਲਬਾਤ ਦੋਨਾਂ ਘਰਾਂ ਦੇ ਵਿੱਚ ਚੱਲ ਰਹੀ ਆ। ਇੱਕ ਪਾਸੇ ਕਰਤਾਰੀ ਸੁਣਦੇ ਦੀਪੇ ਦੇ ਬਾਪੂ ਕੌਲੀ 'ਚ ਸਬਜ਼ੀ ਪਾਉਂਦੀ ਹੋਈ, ਕੱਲ ਫਿਰ ਇਹਨੇ ਆਡਾ ਲਾ ਲਿਆ। ਆਡਾ ਲੈਣਾ ਹੁੰਦਾ ਆ ਕਿਸੇ ਦੇ ਨਾਲ ਪੰਗਾ ਲੈਣਾ, ਲੜਾਈ ਪਾਉਣੀ। ਨਾ ਅੱਗਾ ਵੇਖਿਆ ਨਾ ਪਿੱਛਾ, ਮੈਂ ਤਾਂ ਅੱਕੀ ਪਈ ਹਾਂ ਇਸ ਰੋਜ਼ ਦੇ ਕਲੇਸ਼ ਤੋਂ। ਸੱਜਣ ਤੂੰ ਕਿਸੇ ਵੇਲੇ ਤਾਂ ਰਮਾਨ ਨਾਲ ਬਹਿ ਲਿਆ ਕਰ, ਰਮਾਨ ਮਤਲਬ ਆਰਾਮ ਨਾਲ। ਹੁਣ ਪ੍ਰਭਾਤ ਵੇਲੇ ਹੀ ਇਹ ਰਾਮ ਕਹਾਣੀ ਛੇੜ ਬੈਠੀ। ਸੋ ਇੱਥੇ ਤੁਸੀਂ ਲਿਖਣਾ ਹੈ ਕਿ ਜਿਹੜਾ ਸੱਜਣ ਆ ਉਹ ਕਰਤਾਰੀ ਦੀਆਂ ਗੱਲਾਂ ਵਿੱਚ ਨਹੀਂ ਆਉਂਦਾ। ਉਹ ਇਸ ਗੱਲ ਨਾਲ ਬਿਲਕੁਲ ਵੀ ਸਹਿਮਤ ਨਹੀਂ ਆ ਕਿ ਸਾਰਾ ਦਿਨ ਜਿਹੜੀ ਕਰਤਾਰੀ ਆ ਉਹ ਚੁਗਲੀਆਂ ਕਰੀ ਜਾਵੇ। ਕਰਤਾਰੀ ਤੈਨੂੰ ਲੱਗਦਾ ਹੈ ਰਾਮ ਕਹਾਣੀ ਇੱਥੇ ਕਿਹੜੀ ਰੋਜ਼ ਰਾਵਣ ਲੀਲਾ ਹੁੰਦੀ ਹੈ? ਉਹ ਵੀ ਪਤਾ ਸਾਰਾ ਦਿਨ ਸੂਈ ਕੁੱਤੀ ਵਾਂਗੂ ਕੁਰਲ ਕਰਦੀ ਹੈ। ਸੂਈ ਕੁੱਤੀ ਹੁੰਦੀ ਹੈ ਜਿਹਦੇ ਕਹਿ ਲਓ ਕਿ ਹਜੇ ਹੁਣੇ ਛੋਟੇ ਛੋਟੇ ਬੱਚੇ ਹੋਏ ਹੋਣ, ਤਾਂ ਜੇਕਰ ਅਸੀਂ ਕਿਸੇ ਵੀ ਸੂਈ ਕੁੱਤੇ ਦੇ ਬੱਚਿਆਂ ਨੂੰ ਹੱਥ ਲਗਾਈਏ ਨਾ ਤਾਂ ਉਹ ਖਾਣ ਨੂੰ ਪੈਂਦੀ ਆ, ਵੱਢਦੀ ਆ। ਇੱਥੇ ਜਿਹੜੀਆਂ ਕਰਤਾਰੀ ਉਹਦਾ ਸੰਤੀ ਦਾ ਮੁਕਾਬਲਾ ਕਰਦੀ ਹੈ ਸੂਈ ਕੁੱਤੀ ਦੇ ਨਾਲ ਕਿ ਸਾਰਾ ਦਿਨ ਜਿਹੜੀ ਸੰਤੀ ਆ ਉਹਨੂੰ ਸੂਈ ਕੁੱਤੀ ਵਾਂਗੂ ਭੌਂਕਦੀ ਰਹਿੰਦੀ, ਉਹਦੇ ਮਗਰ ਤੇਰੀ ਇਹ ਵੱਡੀ ਹੇਜ਼ਲੀ ਭਰਜਾਈ। ਹੇਜ਼ਲੀ ਹੁੰਦੀ ਆ ਬਿਲਕੁਲ ਪਿਆਰੀ ਭਰਜਾਈ। ਇੱਥੇ ਜਿਹੜੀ ਆ ਕਰਤਾਰੀ ਆਪਣੇ ਪਤੀ ਨੂੰ ਕਹਿੰਦੀ ਹੈ ਕਿ ਜਿਹੜੀ ਸੰਤੀ ਹੈ ਨਾ ਉਹ ਤੇਰੀ ਬਹੁਤ ਹੀ ਪਿਆਰੀ ਭਰਜਾਈ ਆ, ਪਰ ਉਹਨੂੰ ਕਰਤਾਰੀ ਨੂੰ ਸਾਰਾ ਦਿਨ ਉਹ ਸੂਈ ਕੁੱਤੀ ਵਾਂਗੂ ਪੈਂਦੀ ਆ ਖਾਣ ਨੂੰ। ਸੱਜਣ ਉਹ ਤੂੰ ਕਿਸੇ ਨਾਲੋਂ ਘੱਟ ਹੈ, ਮੈਂ ਜਾਣਦਾ ਨਹੀਂ। ਤੁਸੀਂ ਦੋਵੇਂ ਟੋਆ ਪੁੱਟ ਕੇ ਦੱਬਣ ਵਾਲੀਆਂ ਹੋ। ਅਖੇ ਜੀ ਸਕੀਆਂ ਭੈਣਾਂ ਘਰ 'ਚ ਲੈ ਆਓ, ਅੱਗੇ ਜਵਾਲਾ ਦਾ ਤੂਫਾਨ ਬਣਿਆ ਰਹੂ। ਇਹ ਸਕੀਆਂ ਸੌਕਣਾਂ ਨੂੰ ਟੱਪੀਆਂ ਫਿਰਦੀਆਂ ਨੇ। ਹੁਣ ਇੱਥੇ ਤੁਸੀਂ ਇੱਕ ਪੁਆਇੰਟ ਹੋਰ ਨੋਟ ਕਰਨਾ ਆ ਕਿ ਜਿਹੜੀ ਸੰਤੀ ਤੇ ਕਰਤਾਰੀ ਸੀ ਦੋਨੋਂ ਸਕੀਆਂ ਭੈਣਾਂ ਸੀ, ਪਰ ਵਿਆਹ ਤੋਂ ਬਾਅਦ ਜਿਹੜੀਆਂ ਆ ਉਹ ਕੀ ਬਣ ਗਈਆਂ ਸੀ? ਦਰਾਣੀ ਤੇ ਜਠਾਣੀ ਬਣ ਗਈਆਂ ਸੀ। ਸੋ ਸੱਜਣ ਸੋਚਦਾ ਸੀ ਕਿ ਲੋਕੀ ਕਹਿੰਦੇ ਕਿ ਜੇ ਸਕੀਆਂ ਭੈਣਾਂ ਹੋਣਗੀਆਂ ਨਾ ਤਾਂ ਇਕੱਠੀਆਂ ਵਿਆਹ ਲਓ ਤਾਂ ਉਹਨਾਂ ਦੇ ਵਿੱਚ ਪਿਆਰ ਬਣਿਆ ਰਹਿੰਦਾ ਆ। ਪਰ ਇੱਥੇ ਕਰਤਾਰੀ ਤੇ ਸੰਤੀ ਜਿਹੜੀਆਂ ਨੇ ਉਹ ਸਕੀਆਂ ਭੈਣਾਂ ਨਾਲੋਂ ਸੌਕਣਾ ਵਾਲਾ ਰਿਸ਼ਤਾ ਜ਼ਿਆਦਾ ਨਿਭਾ ਰਹੀਆਂ ਸੀ, ਸਾਰਾ ਦਿਨ ਲੜਦੀਆਂ ਸੀ। ਦੂਜੇ ਪਾਸੇ ਸੰਤੀ ਕਾਲਜ ਘਿਓ ਪਾਉਂਦੀ ਹੋਈ, ਲੈ ਫਿਰ ਨਾ ਕਹੀਂ ਰੱਬ ਦੇ ਬੰਦਿਆ ਬਈ ਪਹਿਲਾਂ ਨੇ ਦੱਸਿਆ, ਮੈਂ ਤਾਂ ਉਹਦੀ ਕੰਜਰੀ ਦੀ ਉਹ ਬਾਤ ਕਰਨੀ ਇੰਨੀ ਬਈ ਪੁਸ਼ਤਾ ਤੱਕ ਯਾਦ ਰੱਖੋ ਬਈ ਸੰਤੀ ਸੇ ਵਾਸਤਾ ਪੜਾ ਥਾ। ਸੋ ਇੱਥੇ ਸੰਤੀ ਜਿਹੜੀ ਆ ਆਪਣੇ ਪਤੀ ਸੁੰਦਰ ਨੂੰ ਕਹਿੰਦੀ ਆ ਕਿ ਉਹਨੇ ਕਰਤਾਰੀ ਦਾ ਜਿਹੜਾ ਹੈ ਇਹੋ ਜਿਹਾ ਹਾਲ ਕਰਨਾ ਆ ਕਿ ਉਹਦੀਆਂ ਆਉਣ ਵਾਲੀਆਂ ਜਿਹੜੀਆਂ ਜਨਰੇਸ਼ਨਸ ਆ ਪੁਸ਼ਤਾਂ ਆ ਉਹ ਯਾਦ ਰੱਖਣੀਆਂ ਕਿ ਕਦੀ ਸੰਤੀ ਨਾਲ ਉਹਨੇ ਵਾਸਤਾ ਪਿਆ ਸੀ, ਮਤਲਬ ਪੰਗਾ ਲਿਆ ਸੀ। ਸੁੰਦਰ ਫਿਰ ਸ਼ੁਰੂ ਹੈ ਕਿੱਸਾ ਜੰਗ ਹਿੰਦ ਪੰਜਾਬ ਦਾ। ਮੈਂ ਕਿਹਾ 2 ਘੜੀ ਰਮਾਨ ਨਾਲ ਬਹਿ ਲਿਆ ਕਰੋ। ਤੁਸੀਂ ਸਾਲੀ ਕਿਹੜੀ ਲੰਕਾ ਵੰਡਣੀ ਹੈ ਬਈ, ਸਾਰਾ ਦਿਨ ਰਾਤ ਨੂੰ ਕਰਦੀਆਂ ਰਹਿੰਦੀਆਂ। ਸੋ ਇੱਥੇ ਇੱਕ ਪੁਆਇੰਟ ਤੁਸੀਂ ਜਿਹੜਾ ਹੈ ਧਿਆਨ ਰੱਖਣਾ ਹੈ ਕਿ ਜਿਹੜਾ ਸੱਜਣ ਹੈ ਉਹ ਵੀ ਆਪਣੀ ਵਹੁਟੀ ਦੇ ਵਿਰੋਧ ਉਹਦੀਆਂ ਗੱਲਾਂ ਵਿੱਚ ਨਹੀਂ ਆਉਂਦਾ, ਤੇ ਉਧਰੋਂ ਜਿਹੜਾ ਸੁੰਦਰ ਹੈ ਉਹ ਵੀ ਆਪਣੀ ਪਤਨੀ ਸੰਤੀ ਦੀਆਂ ਗੱਲਾਂ ਦੇ ਵਿੱਚ ਨਹੀਂ ਆਉਂਦਾ। ਦੋਨੋਂ ਪਤਨੀਆਂ ਨੂੰ ਸਮਝਾਉਂਦੇ ਆ ਕਿ ਉਹਨਾਂ ਨੂੰ ਘਰ ਦੇ ਵਿੱਚ ਸ਼ਾਂਤੀ ਬਣਾਉਣੀ ਚਾਹੀਦੀ ਆ। ਸੰਤੀ ਨਾ ਅਜੇ ਕਸਰ ਹੈ, ਦੁੱਧ ਪੁੱਤ ਦੇਖ ਉਹ ਨਹੀਂ ਸਿਖਾਉਂਦੀ, ਸਾਰਾ ਦਿਨ ਕੌੜ ਅੱਡ ਝਾਕਦੀ ਰਹੋ। ਆ ਬਾਪੂ ਜੀ ਦੀ ਸ਼ਰਮ ਮਾਰਨੀ, ਨਹੀਂ ਤਾਂ ਗੁੱਤਨੀ ਕਿਆ ਨਾ ਕੱਲ ਹੱਥ ਫੜਾ ਦੋ। ਸੋ ਇੱਥੇ ਜਿਹੜੀ ਆ ਸੰਤੀ ਕਹਿੰਦੀ ਹੈ ਕਿ ਉਹਨੂੰ ਸਿਰਫ ਜਿਹੜੀ ਆ ਬਜ਼ੁਰਗ ਦੀ ਸ਼ਰਮ ਮਾਰਦੀ ਹੈ, ਜੇਕਰ ਬੱਬਾ ਨਾ ਹੋਵੇ ਤਾਂ ਉਹ ਜਿਹੜੀ ਹੈ ਕਰਤਾਰੀ ਦੀ ਗੁੱਤਨੀ ਪੁੱਟ ਕੇ ਉਹਦੇ ਹੱਥ ਫੜਾ ਦੇਗੀ। ਸੁੰਦਰ ਕੋਈ ਅਕਲ ਦੀ ਗੱਲ ਕਰੋ, ਕਿਉਂ ਸਾਰੇ ਪਿੰਡ ਨੂੰ ਬਦਨਾਮੀ ਖੱਟਣ ਵਾਲਾ ਕੰਮ ਖਰੀਦੋ। ਇਸ ਘਰ ਚੋਂ ਕਦੇ ਉੱਚੀ ਆਵਾਜ਼ ਨਹੀਂ ਸੀ ਨਿਕਲੀ, ਲੋਕਾਂ ਨੇ ਸਾਡੀ ਅਲ ਹੁੰਦੀ ਹੈ ਜਿਹੜਾ ਅਸੀਂ ਕਿਸੇ ਦੀ ਛੇੜ ਪਾ ਦਿੰਦੇ ਆ। ਚੁਪਕਿਆਂ ਕੇ ਪਾਈ ਹੋਈ ਸੀ, ਹੁਣ ਮੈਨੂੰ ਲੱਗਦਾ ਬੋਲ ਬੁਲਾਰਿਆਂ ਦੀ ਪਾਉਣਗੇ। ਸੋ ਸੁੰਦਰ ਜਿਹੜਾ ਆ ਉਹ ਸੰਤੀ ਨੂੰ ਸਮਝਾਉਂਦਾ ਆ ਕਿ ਸਾਰੇ ਪਿੰਡ ਦੇ ਵਿੱਚ ਜਿਹੜੀ ਆ ਉਹਨਾਂ ਦਾ ਨਾਮ ਚੁਪਕਿਆਂ ਕੇ ਪਿਆ ਹੋਇਆ ਸੀ, ਪਰ ਉਹਨਾਂ ਦੇ ਕਲੇਸ਼ ਕਰਕੇ ਰੋਜ਼ ਜਿਹੜੀਆਂ ਸੰਤੀ ਤੇ ਕਰਤਾਰੀ ਝਗੜਾ ਕਰਦੀਆਂ ਆ, ਉਹਨਾਂ ਕਰਕੇ ਲੱਗਦਾ ਕਿ ਹੁਣ ਉਹਨਾਂ ਦੇ ਟੱਬਰ ਦੀ ਜਿਹੜੀ ਅਲ ਹੈ ਉਹ ਬੋਲ ਬੁਲਾਰਿਆਂ ਦੇ ਪੈ ਜਾਣੀ ਆ। ਉਹਨੂੰ ਸਮਝਾਉਂਦਾ ਹੈ ਕਿ ਇਸ ਸਮੇਂ ਜਿਹੜੀ ਆ ਉਹਨੂੰ ਘਰ ਵਿੱਚ ਸ਼ਾਂਤੀ ਬਣਾ ਕੇ ਰੱਖਣੀ ਚਾਹੀਦੀ ਹੈ। ਸੰਤੀ ਨਾ ਮੇਰਾ ਕੱਲੀ ਦਾ ਮਾਮਦੋਸ਼ ਕਹਿੰਦੇ ਆ ਕਸੂਰ ਨੂੰ, ਉਹਨੂੰ ਨਹੀਂ ਸਮਝਾ ਹੁੰਦਾ ਤੇਰੀ ਮਾਤਾ ਸਮਾਨ ਵੱਡੀ ਭਰਜਾਈ ਕੋ,
ਜਿਹੜੀ ਨਾ ਅੱਗਾ ਦੇਖੇ ਨਾ ਪਿੱਛਾ, ਮਾਰ ਚੱਕਦੂ ਕਰਦੀ ਰਹਿੰਦੀ ਹੈ ਹਰ ਵੇਲੇ, ਮਾਰ ਚੱਕਦੂ ਕਿ ਹਰ ਵੇਲੇ ਜਿਹੜਾ ਆ ਉਹ ਮਾਰਨ ਨੂੰ ਤਿਆਰ ਰਹਿੰਦੀ ਹੈ ਆ ਉਹਦੇ ਵਿਰੁੱਧ ਬੋਲਦੀ ਰਹਿੰਦੀ ਹੈ। ਸੁੰਦਰ ਉਹ ਮੈਂ ਤਾਂ ਕਹਿਣਾ ਦੋਵੇਂ ਜਾਣੀਆਂ ਪਿਆਰ ਨਾਲ ਰਹੋ, ਜੱਗ ਹਸਾਈ ਨਹੀਂ ਕਦੀ, ਜੱਗ ਹਸਾਈ ਕਿ ਇੱਦਾਂ ਜਿਹੜੀ ਹੈ ਦੁਨੀਆ ਦੇ ਵਿੱਚ ਆਪਣਾ ਤਮਾਸ਼ਾ ਨਹੀਂ ਬਣਾਈਦਾ, ਸਗੋਂ ਜੇ ਦੋਨੋਂ ਜਾਣੀਆਂ ਕਰਤਾਰੀ ਤੇ ਜਿਹੜੀ ਸੰਤੀ ਹੈ ਉਹਨਾਂ ਨੂੰ ਪਿਆਰ ਦੇ ਨਾਲ ਰਹਿਣਾ ਚਾਹੀਦਾ ਹੈ। ਐਵੇਂ ਰੋਜ਼ ਦਾ ਕਲੇਸ਼ ਪਾ ਕੇ ਸਮਾਜ ਦੇ ਵਿੱਚ ਆਪਣੀ ਬਦਨਾਮੀ ਨਹੀਂ ਕੱਢਣੀ ਚਾਹੀਦੀ। ਪਹਿਲੇ ਪਾਸੇ ਸੱਜਣ। ਹੁਣ ਗੱਲ ਮੇਰੀ ਪੱਲੇ ਵਾਲੋਂ ਘਰ ਦਾ ਤਫਾਕ ਹੁੰਦੀ ਇੱਜ਼ਤ ਬਣਾਈ ਰੱਖੋ, ਦੱਬ ਘੁੱਟ ਕੇ ਗੁਜ਼ਾਰਾ ਕਰੋ, ਮਤਲਬ ਆਪਣਾ ਮੂੰਹ ਬੰਦ ਕਰਕੇ ਘਰ ਦੇ ਵਿੱਚ ਗੁਜ਼ਾਰਾ ਕਰੋ, ਰੋਜ਼ ਦੀ ਲੜਾਈ ਨਾ ਪਾਓ। ਦੂਜੇ ਪਾਸੇ ਸੁੰਦਰ। ਹੁਣ ਬਾਰ ਨਾ ਕਹਿਣਾ ਪਵੇ ਸਮਝੀ ਮੈਂ ਚੱਲਿਆ ਖੇਤ ਰੋਟੀ ਲੈ ਕੇ ਆ ਜੀ। ਸੋ ਕਹਿਣ ਤੋਂ ਕੀ ਭਾਵ ਹੈ, ਸੱਜਣ ਆਪਣੀ ਵਹੁਟੀ ਨੂੰ ਸਮਝਾ ਰਿਹਾ ਹੈ ਤੇ ਸੁੰਦਰ ਆਪਣੀ ਵਹੁਟੀ ਨੂੰ ਸਮਝਾ ਰਿਹਾ ਆ। ਸੱਜਣ ਚੰਗਾ ਸਮਝ ਗਈ ਨਾ, ਹੁਣ ਦੁਬਾਰਾ ਨਾ ਇਹ ਗੱਲ ਹੋਵੇ, ਰੋਟੀ ਸਵਖਤੇ ਪਹੁੰਚਾ ਦੀ, ਕਿਤੇ ਇੱਥੇ ਫਿਰ ਅਸੈਂਬਲੀ ਲਾ ਕੇ ਨਾ ਪੈ ਜਾਓ। ਦੋਵੇਂ ਪਾਸੇ ਦੋਵੇਂ ਭਰਾ ਕਹੀ ਆਦ ਚੁੱਕ ਕੇ ਜਾਂਦੇ ਨੇ ਤੇ ਦੋਵੇਂ ਦੱਬੀਆਂ ਘੁੱਟੀਆਂ ਜੀਆਂ ਉਹਨਾਂ ਨੂੰ ਤੋੜਦੀਆਂ ਹਨ। ਅਚਾਨਕ ਦੋਹਾਂ ਦੀ ਨਜ਼ਰ ਮਿਲਦੀ ਹੈ ਤੇ ਸਟਿਲ ਹੁੰਦੀਆਂ ਹਨ। ਸੋ ਦੋਨੋਂ ਜਿਹੜੇ ਆ ਉਹ ਆਪਣੀ ਵਹੁਟੀਆਂ ਨੂੰ ਸਮਝਾਉਂਦੇ ਆ ਤੇ ਇਹ ਜਿਹੜੀ ਹੈ ਕਹਿੰਦੇ ਕਿ ਘਰ ਦੇ ਜਿਹੜੀ ਆ ਇੱਜ਼ਤ ਬਣਾਈ ਰੱਖੋ ਤੇ ਦੱਬ ਘੁੱਟ ਕੇ ਗੁਜ਼ਾਰਾ ਕਰੋ। ਦ੍ਰਿਸ਼ ਚੌਥਾ ਫੇੜੇ। ਉਹੀ ਦਿਨ ਚੜ੍ਹਦੇ ਸੂਰਜ ਦੇ ਘਰੋਂ ਸਾਈਕਲ ਦੀ ਟੱਲੀ ਘੰਟੀ ਆਵਾਜ਼ ਦੇ ਨਾਲ ਹੀ ਜਿੰਦਾ ਅੰਦਰੋਂ ਬੋਲਦਾ ਹੈ। ਜਿੰਦਾ ਕੌਣ ਹੈ? ਸੁੰਦਰ ਦਾ ਪੁੱਤਰ ਜਿੰਦਾ। ਉਹ ਦੀਪਿਆ ਘੜੀਪਿਆ ਹੋਇਆ ਤਿਆਰ ਕਿ ਹਾਲੇ ਪਟੇ ਹੀ ਸਵਾਰੀ ਜਾਣਾ, ਪਟੇ ਮਤਲਬ ਬਾਲ। ਦੀਪਾ ਹੱਥ ਵਿੱਚ ਕਿਤਾਬ ਲਈ ਅੰਦਰੋਂ ਆਉਂਦਾ ਹੋਇਆ, ਕੰਜਰ ਦਿਆ ਆਪ ਅਜੇ ਅੰਦਰ ਹੀ ਹੈ, ਮੈਨੂੰ ਹੌਕਰੇ ਮਾਰੀ ਜਾਂਦਾ। ਹੌਕਰੇ ਮਤਲਬ ਆਵਾਜ਼ਾਂ। ਇਹ ਦੋਨੋਂ ਜਿੰਦਾ ਤੇ ਦੀਪਾ ਜਿਨ੍ਹਾਂ ਨੇ ਕਾਲਜ ਜਾਣਾ ਆ ਉਹ ਕਾਲਜ ਜਾਣ ਦੀ ਤਿਆਰੀ ਕਰ ਰਹੇ ਆ। ਜਿੰਦਾ ਬਾਹਰ ਆਉਂਦਾ ਹੋਇਆ, ਹਮ ਜੋ ਤੋਂ ਜਾਣੀ ਤਿਆਰ ਬਰ ਤਿਆਰ ਹੈ, ਜਰਾ ਪੱਗ ਨਹੀਂ ਸੀ ਸੂਤ ਆਉਂਦੀ, ਬਸ ਹੁਣ ਕੰਮ ਟਿਚਨ ਹੈ। ਟਿਚਨ ਹੈ ਮਤਲਬ ਤਿਆਰ ਆ ਕਿ ਜਿੰਦਾ ਜਿਹੜਾ ਆ ਉਹ ਤਿਆਰ ਹੋ ਗਿਆ ਹੈ। ਦੀਪਾ ਸਲਿਆ ਕਾਲਜ ਜਾਣਾ ਹੈ ਕਿ ਘੋੜੀ ਚੜਨਾ? ਮਖਾ ਬੜੀ ਪੋਚ ਗੁਲਾਬੀ ਚਮਕਾਈ। ਪੋਚ ਮਤਲਬ ਕਿ ਬੜੀ ਜਿਹੜੀ ਆ ਉਹਨੇ ਵਧੀਆ ਤਰ੍ਹਾਂ ਸੂਤ ਕੇ ਗੁਲਾਬੀ ਰੰਗ ਦੀ ਪੱਗ ਪਾਈ ਹੈ। ਸੋ ਇੱਥੇ ਜਿਹੜਾ ਹੈ ਉਹਨੂੰ ਛੇੜਦੇ ਆ ਕਿ ਤੂੰ ਕਾਲਜ ਜਾਣਾ ਕਿ ਘੋੜੀ ਚੜਨਾ, ਜਿਹੜੀ ਗੁਲਾਬੀ ਰੰਗ ਦੀ ਪੱਗ ਸਿਰ ਦੇ ਉੱਪਰ ਸਜਾ ਲਈ ਹੈ। ਜਿੰਦਾ भाई साहब घोड़ी भी चढ़ेंगे, हम किसी तो घट है, कहावा मेरी बेबे जी का हम किसी से कम नहीं। सो जिंदा जड़ा आ वो दीपे नूं जवाब दिंदा आ कि घोड़ी भी चढ़ांगे क्योंकि उहदी जड़ी आ माँ की कहती है कि वो किसी तो घट नहीं है। सोहना गभरू जवान आ, घोड़ी चढ़न का जदों समा आएगा तो घोड़ी भी चढ़ेगा। दीपा विचों कट के हौली बोल सौरिया जे अंदरों मासी जमा चाची। हुण इहदे विच जिहड़ा दीपा है उहनूं विचों कट के हौली बोल सौरिया जे अंदरों मासी जमा चाची ने सुन लिया तो हुणे जूंडे फुट दूँ। सो दीपा जिहड़ा आ वो जिंदे नूं की कहंदा आ कि उन्होंने हौली बोलना चाहिए आ क्योंकि वह जोड़ा है जेकर मासी भी लगती है तो चाची भी लगती, दोहरा रिश्ता है क्योंकि भैन सकियां आ, इस करके जी वो मासी भी बनती है तो चाची का भी रिश्ता है। भी हौली बोल जे उन्हें सुन लिया तो उन्हें वो बाल पुट देने आ। जिंदा मखा घबराना भोरा बेबे खेत गई हुई है। दीपा हल्ला ताही खेडदी है काटो फुल्लां ते, तेरी काटो फुल्लां ते खेडना उनका मतलब तो बहुत ज़्यादा खुश होना। सो दीपा की कहता है कि तू ताही इन्नी खुश है कि तेरी माँ घर दे विच नहीं है। मैं भी कहा माँ दा लाडला अज किवें छिक्कल टुट्टे कट्टे वांगू फिरदा। छिक्कल टुट्टे कट्टे हुंदा जदों कट्टा जिहड़ा आ जदों बन्निया हुंदा है ना अपने रस्सी दे नाल, तो जदों खुल जांदा है आज़ाद हो जांदा तो बहुत खुश हुंदा आ। तां उहनूं जिहड़ा आ छेड़दा है दीपा कि जिंदे दा हाल की है, माँ खेतां विच गई हुई है तो अज वो आज़ाद है, इस करके बहुत खुश आ। जिंदा तैनूं की काका जी गल्लां तां ही आउंदियां होए बाई ताई जी घर नहीं होने। सो दोनों जड़ियाँ आ कहण तो की भाव है करतारी ते संती खेतां दे विच रोटी देण दे लई गईयां होईयां आ ते घर दे विच सिर्फ दीपा ते जिंदा ते उन्हां दा बजुर्ग दादा घर दे विच आ। सज्जन ते सुंदर खेतां दे विच गए होए आ। दीपा आहो आहो होर की वो भी खेत गई हुई आ। जिंदा अशके लै फिर तां बुल्ले लुट्टीए मतलब मौजां करिए, अजे कॉलेज जाण च हैगा टाइम, चाह चूह दी घुट होर पीए मज़ा आऊ। नो मैज़ लैंड ते बह के पीण दा इशारा बाबे दे ढारे ते गड्डे वल। नो मैज़ लैंड जिहड़ा है
ਉੱਥੇ ਉਸ ਜਗ੍ਹਾ ਨੂੰ ਕਿਹਾ ਗਿਆ ਆ ਜਿੱਥੇ ਕਿ ਬਾਬਾ ਰਹਿੰਦਾ ਹੈ। ਉਸ ਜਗ੍ਹਾ ਨੂੰ ਜਿਹੜਾ ਹੈ ਉਹ ਨੋ ਮੈਨਸ ਲੈਂਡ ਕਿਹਾ ਗਿਆ ਆ, ਕਿਉਂਕਿ ਉੱਥੇ ਜਿਹੜਾ ਹੈ ਕੋਈ ਆਉਂਦਾ ਜਾਂਦਾ ਨਹੀਂ ਆ। ਸੋ ਜਿੰਦਾ ਕੀ ਕਹਿੰਦਾ ਹੈ ਕਿ ਜੇਕਰ ਉਹਨਾਂ ਦੇ ਮਾਂ ਘਰ ਵਿੱਚ ਨਹੀਂ ਹੈ ਤਾਂ ਨੋ ਮੈਨਸ ਲੈਂਡ ਦੇ ਉੱਪਰ ਬਹਿ ਕੇ ਜਿਹੜਾ ਆ ਥੋੜ੍ਹੀ ਦੇਰ ਦੇ ਲਈ ਬਾਬੇ ਦੇ ਨਾਲ ਬਹਿ ਕੇ ਚਾਹ ਚੂ ਪੀਤੀ ਜਾਵੇ। ਦੀਪਾ ਲੈ ਫਿਰ ਮੈਂ ਚਾਹ ਲਿਆਣੇ ਤੋਂ ਮਾਰ ਆਪਣੇ ਰਾਸ਼ਟਰਪਤੀ ਨੂੰ ਆਵਾਜ਼। ਰਾਸ਼ਟਰਪਤੀ ਤੇ ਬਾਬੇ ਨੂੰ ਕਿਹਾ ਗਿਆ ਆ। जिंदा मखा बाबा जी आहो बाहर फौजा शिवरा में गई हुई है, मैदाने जंग शांत है। सो जिंदा जड़ा है वो बाबे नूं आवाज़ मारदा आ कि फौजा मतलब संती ते करतारी खेतां विच गईयां होईयां आ और बाहर जड़ी आ मैदान बिल्कुल शांत है। इस करके बाबा जड़ा आ अपने ढारे दे विचों बाहर आ सकदा आ। बजुर्ग पुत्र जिंदे की गल है। दीपा पित्तल दे गिलासां चाह लिआउंदा होया बाबा जी आजो घुट घुट चाह पीए थोड़े तकीए ते बह के। तकीए मतलब जिथे बाबा बहिंदा आ गड्डे दे पईए ते उस जगह के उपर नो मैनस लैंड के उपर जड़ा है उत्थे बैठ के चाह पीती जावे। की गल थोड़ियां बेबे नहीं गल जिंदा तुहानूं पता ही है बाबा जी उन्हां दे हुंदियां कदे साह निकलदे अजे मैं तां हिम्मत करके बाज मार भी लऊं आ बाजा तां जमां ही अपने च सिर दित्ते वांगू रहूं सदा। सो जिंदा जड़ा है कि थोड़ा बहादुर दिखाया गया आ कि कहता कि मैं तो फिर हिम्मत करके तुहानूं आवाज़ जी मार लैना आ। पर जिहड़ा दीपा आ वो तो बिल्कुल ही जिद्दां औखली सिर दिते वांगू रहू कि वो मुसीबत दे विच अपने आप नूं पा के राजी नहीं आ, चुप ही रहिंदा आ। दीपा वो रहंदे वड्डिया पहलवानां गल्लां आउंदियां इनू वड्डे जेठ मलानी नूं तू चाह पी लै घुट। जेठ मलानी जिहड़ा है बहुत वड्डा वकील आ, ओहदा इत्थे मैंशन किया गया है। तीनों गड्डे दे पईए ते बह के चाह पीन लगते ने बाबे नाल चहेडा होंदियां मखौल करने गल्लां मारते ने हसदे हैं कि अचानक एक पासों करतारी ते दूजे पासों संती आउंदी है। बेजिंदिया हाले इत्थे चाहां ही टफ हुंदियां ने। कॉलेज आथन नूं पहुंचना टफ हुंदियां मतलब पी हुंदियां आथन मतलब शाम नूं। सो संती जिहड़ी अपने पुत्तर नूं कहंदी आ कि हाले तक वो चाह ही पीवी जांदा है, कॉलेज शाम नूं जाना उहने। करतारी होर कौड़ी आवाज़ दीपिया कवेला इत्थे ही कर लिया मैं सोची जानी हाँ तू शहर टप गया होवेंगे हाले घरां च गिद्धा पाई जाना। दोवें कट्टे बस बेबे जाने दोवें एक दूजे वाल मुस्कुराउंदियां हसदे अपने घर चों जांदे हन। अंदरों साइकिल ते चलन ते घंटियां मारन दी आवाज़ आउंदी है। बजुर्ग दोहां वाल वेखदा हौली हौली चाह सड़ा के मारदा है कि दोवें एक दूजे वाल झांकदियां स्टिल